गुड ईवनिंग स्टूडेंट्स। लास्ट टाइम ਆਪਾਂ ਸਟੱਡੀ ਕੀਤਾ ਸੀਗਾ ਕਿ ਨੋਨ ਆਈਡੀਅਲ ਸੋਲੂਸ਼ਨ ਕਿੰਨੀ ਤਰ੍ਹਾਂ ਦੀ ਡੇਵੀਏਸ਼ਨ ਸ਼ੋ ਕਰਦਾ ਹੈ। ਆਪਾਂ ਪੜ੍ਹਿਆ ਸੀ ਪੋਜ਼ਿਟਿਵ ਤੇ ਨੈਗੇਟਿਵ ਡੇਵੀਏਸ਼ਨ। ਉਸ ਤੋਂ ਬਾਅਦ ਆਪਾਂ ਸਟੱਡੀ ਕਰਨਾ ਹੈਨਰੀ ਲੋ ਵੈਸੇ ਆਪਾਂ ਪਹਿਲਾਂ ਪੜ੍ਹਨਾ ਸੀਗਾ, ਉਹ ਥੋੜਾ ਸਕਿਪ ਹੋ ਗਿਆ ਸੀ ਟੌਪਿਕ। ਅੱਜ ਆਪਾਂ ਦੁਬਾਰਾ ਡਿਸਕਸ ਕਰ ਲੈਂਦੇ ਹਾਂ। ਵੈਰੀ ਇੰਪੋਰਟੈਂਟ ਟੌਪਿਕ ਹੈਗਾ ਹੈ ਹੈਨਰੀ ਲੋ। ਇਹ ਮੋਸਟਲੀ ਪੇਪਰ ਦੇ ਵਿੱਚ 3 ਮਾਰਕਸ ਦਾ ਕੁਐਸਚਨ ਆਉਂਦਾ ਹੈ ਹੈਨਰੀ ਲੋ ਦੇ ਨਾਲ ਰਿਲੇਟਡ। ਕੁਐਸਚਨ ਆਉਂਦਾ ਕਿੱਦਾਂ ਹੈ, define Henry law and write its applications and also write its limitations। या तो साढ़े कोल एप्लीकेशनस आती हैं, कई बारी वो एप्लीकेशनस के नाल की है लिमिटेशनस भी कह देंगे कि करो। हुण इहदे विच देखो जिद्दां की है हैनरी लॉ का मतलब की है, कहते कि अमाउंट और मास ऑफ ए गैस। एम का मतलब की है साडा मास ऑफ गैस, एक्स का मतलब की है अमाउंट ऑफ गैस। कहते अमाउंट या मास ऑफ ए गैस इज़ डायरैक्टली प्रोपोर्शनल टू प्रैशर अप्लाइड। ਆਪਾਂ ਇੱਥੋਂ ਪ੍ਰੋਪੋਰਸ਼ਨੈਲਿਟੀ ਹਟਾਵਾਂਗੇ ਤਾਂ ਸਾਡੇ ਕੋਲ ਕੀ ਆ ਜਾਊਗਾ, ਪ੍ਰੋਪੋਰਸ਼ਨੈਲਿਟੀ ਕੌਂਸਟੈਂਟ। ਪੀ ਕੀ ਹੈ ਸਾਡਾ, ਇੱਧਰ ਪ੍ਰੈਸ਼ਰ ਇੱਧਰ ਚਲਾ ਗਿਆ, ਐਕਸ ਚਲਾ ਗਿਆ ਇੱਧਰ, ਅਤੇ ਕੇ ਨੂੰ ਆਪਾਂ ਲਿਖ ਸਕਦੇ ਹਾਂ 1/k। ਇੱਥੇ ਆਪਾਂ ਸਮੋਲ ਕੇ ਪਾਵਾਂਗੇ ਅਤੇ 1/k ਇਹ ਕਾਹਦੇ ਇਕੁਅਲ ਹੁੰਦਾ ਹੈ, KH ਦੇ ਬਰਾਬਰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹੈਨਰੀ ਕੌਂਸਟੈਂਟ। फिर इत्थों की पता लगा कि जिहड़ा प्रैशर है वो कादे इक्वल हुंदा है, हैनरी कॉन्सटेंट ते अमाउंट ऑफ कादे मास या अमाउंट या फिर मास ऑफ गैस के इक्वल है। इहदी डेफिनेशन भी देख लो की है, द अमाउंट और मास ऑफ गैस इन सोल्यूशन इज़ डायरैक्टली प्रोपोर्शनल टू दी प्रैशर अप्लाइड। ये हो गया साडा हैनरी लॉ। इनू आपां कित्थे यूज़ करते हैं, ये साडे कोल कित्थे यूज़ हुंदा है, कहंदे टू इंक्रीज़ द सॉल्युबिलिटी ऑफ गैसिज इन सॉफ्ट ड्रिंक्स। ਜਿਹੜੀ ਆਪਾਂ ਸੌਫਟ ਡਰਿੰਕਸ ਯੂਜ਼ ਕਰਦੇ ਹਾਂ ਉਹਦੇ ਵਿੱਚ ਸੋਲਿਬਿਲਿਟੀ ਗੈਸਿਸ ਦੀ ਵਧਾਉਣ ਵਾਸਤੇ ਯੂਜ਼ ਕਰਦੇ ਹਾਂ। ਉਹ ਜਿਹੜੀ ਸੌਫਟ ਡਰਿੰਕਸ ਹੁੰਦੀਆਂ ਉਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਨੂੰ ਡਿਜ਼ੋਲਵ ਕੀਤਾ ਜਾਂਦਾ ਹੈ, ਜਿਹੜੀ ਕਾਰਬਨ ਡਾਈਆਕਸਾਈਡ ਆਪਾਂ ਬਾਹਰ ਕੱਢਦੇ ਹਾਂ। ਵੈਸੇ ਅਗਰ ਆਪਾਂ ਸਾਇੰਸ ਦੀ ਲੈਂਗੁਏਜ ਦੇ ਵਿੱਚ ਦੇਖੀਏ ਤਾਂ ਜਿਹੜੀਆਂ ਸੌਫਟ ਡਰਿੰਕਸ ਹੁੰਦੀਆਂ ਉਹ ਸਾਡੇ ਵਾਸਤੇ ਬਹੁਤ ਹਾਰਮਫੁਲ ਹੁੰਦੀਆਂ ਹੈ, ਕਿਉਂਕਿ ਜਿਹੜੀ ਕਾਰਬਨ ਡਾਈਆਕਸਾਈਡ ਆਪਾਂ ਬਾਹਰ ਕੱਢਦੇ ਹਾਂ ਉਹੀ ਕਾਰਬਨ ਡਾਈਆਕਸਾਈਡ ਡਿਜ਼ੋਲਵ ਕੀਤੀ ਹੁੰਦੀ ਹੈ। ਜਦੋਂ ਉਹਨੂੰ ਆਪਾਂ ਡਿਜ਼ੋਲਵ ਕਰਦੇ ਹਾਂ ਸੌਫਟ ਡਰਿੰਕਸ ਦੇ ਵਿੱਚ, ਉਹ ਕਾਰਬੋਨਿਕ ਐਸਿਡ ਬਣਾਉਂਦੀ ਹੈ, ਅਤੇ ਕਾਰਬੋਨਿਕ ਐਸਿਡ ਇੱਕ ਮਿਨਰਲ ਐਸਿਡ ਹੁੰਦਾ ਹੈ, ਇੱਕ ਸਟਰੋਂਗ ਐਸਿਡ ਹੁੰਦਾ ਹੈ, ਜਿਹੜੇ ਕਿ ਸਾਨੂੰ ਇੰਟਰਨਲ ਔਰਗਨਸ ਨੂੰ ਡੈਮੇਜ ਕਰਦਾ ਹੈ, ਬਟ ਆਪਾਂ ਫਿਰ ਵੀ ਪੀ ਲੈਂਦੇ ਹਾਂ। ਉਸ ਤੋਂ ਬਾਅਦ ਨੈਕਸਟ ਦੇਖੋ ਕੀ ਹੈ, ਕਹਿੰਦੇ ਇਨ ਆਰ ਲੰਗਸ ਪ੍ਰੈਸ਼ਰ ਇਜ਼ ਮੋਰ ਐਂਡ ਮੋਰ ਇਨ ਆਵਰ ਲੰਗਸ, ਮੋਰ ਅਮਾਊਂਟ ਆਫ ਆਕਸੀਜਨ ਇਜ਼ ਡਿਜ਼ੋਲਵਡ ਇਨ ਬਲੱਡ ਐਂਡ ਕੰਬਾਈਨ ਵਿਦ ਆਕਸੀਜਨ ਟੂ ਫੋਰਮ ਆਕਸੀ ਹੀਮੋਗਲੋਬਿਨ। But tissue pressure again decreases, then oxyhemoglobin again converted into hemoglobin and oxygen। ਇਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਕਹੀ ਗਈ ਹੈ ਕਿ ਜਿਹੜੇ ਸਾਡੇ ਲੰਗਸ ਹੈ, ਲੰਗਸ ਦੇ ਵਿੱਚ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ। ਪ੍ਰੈਸ਼ਰ ਜ਼ਿਆਦਾ ਹੋਣ ਦੇ ਨਾਲ ਕੀ ਹੈ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਦੀ ਰਿਕੁਆਇਰਮੈਂਟ ਪੈਂਦੀ ਹੈ। ਉਹ ਜਿਹੜੀ ਆਕਸੀਜਨ ਉਹ ਆਪਾਂ ਬਾਹਰੋਂ ਦੀ ਲੈਂਦੇ ਹਾਂ। ਜਦੋਂ ਬਾਹਰੋਂ ਦੀ ਆਕਸੀਜਨ ਲੈਂਦੇ ਹਾਂ, ਆਕਸੀਜਨ ਬਲੱਡ ਦੇ ਨਾਲ ਕੰਬਾਈਨ ਕਰ ਜਾਂਦੀ ਹੈ। ਬਲੱਡ ਦੇ ਵਿੱਚ ਇੱਕ ਰੈਸਪੀਰੇਟਰੀ ਪਿਗਮੈਂਟ ਹੁੰਦਾ ਹੀਮੋਗਲੋਬਿਨ। ਹੀਮੋਗਲੋਬਿਨ ਇੱਕ ਰੈਸਪੀਰੇਟਰੀ ਪਿਗਮੈਂਟ ਹੈ ਜਿਹੜਾ ਕਿ ਆਕਸੀਜਨ ਨੂੰ ਡਿਜ਼ੋਲਵ ਕਰਦਾ ਸਾਡੇ ਬਲੱਡ ਦੇ ਵਿੱਚ। ਉਹ ਆਕਸੀ ਹੀਮੋਗਲੋਬਿਨ ਬਣਾ ਦਿੰਦਾ ਹੈ। ਪਹਿਲਾਂ ਟਿਸ਼ੂ ਪ੍ਰੈਸ਼ਰ ਸਾਡਾ ਕੀ ਸੀਗਾ, ਜ਼ਿਆਦਾ, ਬਾਅਦ 'ਚ ਜਦੋਂ ਆਕਸੀ ਹੀਮੋਗਲੋਬਿਨ ਸਾਡੇ ਅੰਦਰ ਚਲੀ ਜਾਂਦੀ ਹੈ, ਮਿਕਸ ਹੋ ਜਾਂਦੀ ਹੈ, ਤਾਂ ਟਿਸ਼ੂ ਪ੍ਰੈਸ਼ਰ ਡਿਕਰੀਜ਼ ਕਰਦਾ ਹੈ। ਹੀਮੋਗਲੋਬਿਨ ਦੁਬਾਰਾ ਬਲੱਡ 'ਚ ਚਲਾ ਜਾਂਦਾ ਹੈ, ਅਤੇ ਆਕਸੀਜਨ ਜਿਹੜੀ ਹੈਗੀ ਹੈ ਉਹ ਜਿੰਨੀ ਬੋਡੀ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਸ ਸੈੱਲ ਨੂੰ, ਉਸ ਇੰਟਰਨਲ ਔਰਗਨਸ ਨੂੰ ਉਹ ਵਾਲੀ ਆਕਸੀਜਨ ਮਿਲ ਜਾਂਦੀ ਹੈ। ਇਹ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ। ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੈ, ਅਸੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਛੱਡਦੇ ਹਾਂ, ਬਲਕਿ ਇੱਦਾਂ ਨਹੀਂ ਹੁੰਦਾ। ਮਿਕਸਚਰ ਆਫ ਗੈਸਿਸ ਸਾਡੀ ਬੋਡੀ ਦੇ ਅੰਦਰ ਜਾਂਦਾ ਹੈ ਅਤੇ ਮਿਕਸਚਰ ਆਫ ਗੈਸਿਸ ਵੀ ਬਾਹਰ ਆਉਂਦਾ ਹੈ। ਜਿਹਦੀ ਜਿੰਨੀ ਜ਼ਿਆਦਾ ਕੰਪੋਜੀਸ਼ਨ ਹੁੰਦੀ ਹੈ, ਜਿੰਨੀ ਜ਼ਿਆਦਾ ਬੋਡੀ ਨੂੰ ਜਿਹਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਚੀਜ਼ ਆਪਾਂ ਰੱਖ ਲੈਂਦੇ ਹਾਂ, ਜਿਹੜੀ ਨਹੀਂ ਚਾਹੀਦੀ ਉਹ ਬਾਹਰ ਕੱਢ ਲੈਂਦੇ ਹਾਂ। ਫੋਰ ਐਗਜ਼ਾਮਪਲ ਇਹਦੀ ਬੜੀ ਸਿੰਪਲ ਜੀ ਗੱਲ ਹੈਗੀ ਆ, ਅੱਜ ਕੱਲ੍ਹ ਜਿੱਦਾਂ ਕਰੋਨਾ ਵਾਇਰਸ ਚੱਲ ਰਿਹਾ ਬਹੁਤ ਜ਼ਿਆਦਾ, ਮੇਨਲੀ ਪ੍ਰੋਬਲਮ ਆਉਂਦੀ ਵੀ ਕਿਹਨੂੰ ਪਈ ਹੈ ਵੀ ਜਿਹੜੇ ਲੋਕ 12-12 ਘੰਟੇ ਮਾਸਕ ਲਗਾ ਕੇ ਰੱਖ ਰਹੇ ਸੀ। ਤਾਂ ਹੀ ਕਹਿੰਦੇ ਜਾਂ ਕੱਪੜੇ ਵਾਲਾ ਮਾਸਕ ਲਗਾਉਣਾ ਚਾਹੀਦਾ ਜਾਂ ਫਿਰ ਡਿਸਪੋਜ਼ਲ। ਕਿਉਂਕਿ ਜਿਹੜੀ ਕਾਰਬਨ ਡਾਈਆਕਸਾਈਡ ਆਪਾਂ ਬਾਹਰ ਕੱਢਣੀ ਸੀ, ਉਹ ਕੀ ਹੋਇਆ, ਜਦੋਂ ਆਪਾਂ N95 ਮਾਸਕ ਲਗਾ ਰਹੇ ਸੀ ਤਾਂ ਉਹਦੇ ਨਾਲ ਕੀ ਆ, ਉਹ ਕਾਰਬਨ ਡਾਈਆਕਸਾਈਡ ਬਾਹਰ ਨਹੀਂ ਨਿਕਲੀ, ਉਹ ਆਕਸੀ ਹੀਮੋਗਲੋਬਿਨ ਦੀ ਜਗ੍ਹਾ ਕੀ ਬਣ ਗਿਆ, ਕਾਰਬੋਕਸੀ ਹੀਮੋਗਲੋਬਿਨ। ਅਤੇ ਨੈੱਟ 'ਤੇ ਆਪਾਂ ਸਰਚ ਕਰਕੇ ਦੇਖਦੇ ਹਾਂ, ਜਦੋਂ ਸਾਡੀ ਬੋਡੀ ਦੇ ਵਿੱਚ ਕਾਰਬੋਕਸੀ ਹੀਮੋਗਲੋਬਿਨ ਬਣਨਾ ਸ਼ੁਰੂ ਹੁੰਦਾ ਹੈ ਅਤੇ ਸਫੋਕੇਸ਼ਨ ਫੀਲ ਹੁੰਦੀ ਹੈ। ਕਾਰਬੋਕਸੀ ਹੀਮੋਗਲੋਬਿਨ ਦੇ ਨਾਲ ਬੋਡੀ ਦੇ ਵਿੱਚ ਆਕਸੀਜਨ ਦਾ ਕੰਟੈਂਟ ਘਟਣਾ ਸ਼ੁਰੂ ਹੋ ਜਾਂਦਾ ਹੈ। ਅਗਰ ਆਕਸੀਜਨ ਦਾ ਕੰਟੈਂਟ ਘਟਣਾ ਸ਼ੁਰੂ ਹੋ ਜਾਊਗਾ ਤਾਂ ਜਿਹੜੇ ਲੰਗਸ ਆ ਉਹਨਾਂ ਨੂੰ ਜ਼ਿਆਦਾ ਵਰਕ ਕਰਨਾ ਪੈਂਦਾ, ਕਈ ਵਾਰੀ ਉਹ ਡੈਮੇਜ ਵੀ ਹੋ ਸਕਦੇ ਆ।
ਤਾਂ ਇਹਨੂੰ ਓਵਰਕਮ ਕਰਨ ਦਾ ਬੜਾ ਸਿੰਪਲ ਤਰੀਕਾ ਹੈ ਕਿ ਭੀੜ ਵਾਲੀਆਂ ਜਗ੍ਹਾ ਤੋਂ ਥੋੜ੍ਹਾ ਦੂਰ ਰਹਿਣਾ ਚਾਹੀਦਾ ਹੈ। ਇਕੱਲੇ 'ਚ ਤਾਂ ਮਾਸਕ ਨਹੀਂ ਪਾਉਣਾ ਚਾਹੀਦਾ। ਜਦੋਂ ਸਵੇਰੇ ਆਪਾਂ ਉੱਠਦੇ ਹਾਂ, ਸਵੇਰ ਦੇ ਜਦੋਂ ਸੂਰਜ ਰੈੱਡ ਕਲਰ ਦਾ ਹੁੰਦਾ ਉਹ ਵਾਲੀ ਧੁੱਪ ਲੈਣੀ ਚਾਹੀਦੀ ਹੈ 15 ਮਿੰਟ। ਜਦੋਂ ਸੂਰਜ ਛਿਪਦਾ ਹੈ 15 ਮਿੰਟ ਜਿਹੜਾ ਰੈੱਡ ਸੂਰਜ ਹੁੰਦਾ ਉਹਦੀ ਧੁੱਪ ਲੈਣੀ ਚਾਹੀਦੀ ਹੈ। ਉਹਦੇ ਨਾਲ ਕੀ ਜਿਹੜੀ ਸਾਡੀ ਬੋਡੀ ਹੈ, ਬੋਡੀ ਦੇ ਵਿੱਚ ਇੱਕ ਤਾਂ ਵਿਟਾਮਿਨ ਡੀ ਪੂਰਾ ਹੁੰਦਾ ਹੈ, ਪਲੱਸ ਜਿਹੜਾ ਹੀਮੋਗਲੋਬਿਨ ਦਾ ਕੰਟੈਂਟ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ। ਫਿਰ ਆਕਸੀਜਨ ਦਾ ਵੀ ਲੈਵਲ ਬੋਡੀ ਦੇ ਵਿੱਚ ਪੂਰਾ ਰਹਿੰਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਸਾਡੇ ਕੋਲ ਕਿ ਟੂ ਮਿਨੀਮਾਈਜ਼ ਦੀ ਪੇਨਫੁਲ ਇਫੈਕਟ ਆਫ ਸੀ ਡਾਈਵਰਸ ਹੀਲੀਅਮ ਗੈਸ ਇਜ਼ ਮਿਕਸਡ ਇਨ ਐਂਡ ਡਿਜ਼ੋਲਵਡ ਇਨ ਲਿਕੁਇਡ ਆਕਸੀਜਨ। ਕਹਿੰਦੇ ਕਿ ਜਿਹੜੇ ਗੋਤਾਖੋਰ ਹੁੰਦੇ ਆ ਉਹ ਆਪਣੇ ਨਾਲ ਆਕਸੀਜਨ ਸਿਲੰਡਰ ਲੈ ਕੇ ਜਾਂਦੇ ਆ, ਤਾਂ ਉਹਨਾਂ ਦੇ ਵਿੱਚ ਵੀ ਕੀ ਹੈ ਥੋੜ੍ਹੀ ਬਹੁਤੀ ਹੀਲੀਅਮ ਗੈਸ ਮਿਕਸ ਕੀਤੀ ਜਾਂਦੀ ਹੈ, ਕਿਉਂਕਿ ਅਗਰ ਆਪਾਂ ਕੋਈ ਚੀਜ਼ ਬਿਲਕੁਲ ਪਿਓਰ ਦੇ ਦਾਂਗੇ ਤਾਂ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਸਾਰੇ ਇੰਟਰਨਲ ਔਰਗਨ ਡੈਮੇਜ ਹੋ ਜਾਂਦੇ ਆ। ਹੀਲੀਅਮ ਗੈਸ ਕੀ ਕਰਦੀ ਹੈ, ਥੋੜ੍ਹੀ ਇੰਪਿਓਰਿਟੀਜ਼ ਐਡ ਕਰਦੀ ਹੈ। ਇੰਪਿਓਰਿਟੀਜ਼ ਦੇ ਨਾਲ ਕੀ ਉਹ ਨਿਊਟਰਲਾਈਜ਼ ਕਰ ਦਿੰਦਾ ਹੈ। ਉਸ ਤੋਂ ਬਾਅਦ ਇਹਦੀਆਂ ਲਿਮਿਟੇਸ਼ਨਸ ਹੈਗੀਆਂ ਸਾਡੇ ਕੋਲ ਹੈਨਰੀ ਲੋ ਦੀਆਂ। ਲਿਮਿਟੇਸ਼ਨਸ ਦੇ ਵਿੱਚ ਕੀ ਆਉਂਦਾ ਹੈ, ਇਟ ਹੈਜ਼ ਬੀਨ ਓਬਜ਼ਰਵਡ ਦੈਟ ਹੈਨਰੀ ਲੋ ਇਜ਼ ਵੈਲਿਡ ਇਫ, ਕਹਿੰਦੇ ਵੈਲਿਡ ਉਦੋਂ ਤੱਕ ਹੀ ਹੈ ਇਫ ਪ੍ਰੈਸ਼ਰ ਇਜ਼ ਲੋ, ਅਗਰ ਪ੍ਰੈਸ਼ਰ ਘੱਟ ਹੋਵੇ। ਐਟ ਹਾਈ ਪ੍ਰੈਸ਼ਰ ਦਿਸ ਲੋ ਬਿਕਮਸ ਲੈਸ ਐਕੂਰੇਟ, ਇਹ ਜਿਹੜਾ ਲੋ ਹੈ ਉਹ ਲੈਸ ਐਕੂਰੇਟ ਹੋ ਜਾਂਦਾ ਹੈ। ਐਂਡ ਪ੍ਰਪੋਰਸ਼ਨੈਲਿਟੀ ਕੌਂਸਟੈਂਟ ਸ਼ੋ ਕੌਂਸਟੈਂਟ ਡੈਵੀਏਸ਼ਨ, ਉਹ ਡੈਵੀਏਟ ਕਰਨਾ ਸ਼ੁਰੂ ਹੋ ਜਾਂਦਾ ਹੈ। ਦੂਸਰਾ ਕਹਿੰਦਾ ਟੈਂਪਰੇਚਰ ਇਜ਼ ਨੋਟ ਟੂ ਲੋ, ਜ਼ਿਆਦਾ ਟੈਂਪਰੇਚਰ ਵੀ ਨਹੀਂ ਸਾਨੂੰ ਰੱਖਣਾ ਚਾਹੀਦਾ। ਦਾ ਗੈਸ ਇਜ਼ ਨੋਟ ਹਾਈਲੀ ਸੋਲਿਊਬਲ, ਨਾ ਗੈਸਿਸ ਨੂੰ ਜ਼ਿਆਦਾ ਹਾਈਲੀ ਸੋਲਿਊਬਲ ਕਰਨਾ ਚਾਹੀਦਾ। ਦਾ ਗੈਸ ਨਾਈਦਰ ਰਿਐਕਟ ਕੈਮੀਕਲੀ ਵਿਦ ਸੋਲਵੈਂਟ ਨੋਰ ਡਿਸੋਸੀਏਟ ਔਰ ਐਸੋਸੀਏਟ ਵਿਦ ਸੋਲਵੈਂਟ, ਨਾ ਤਾਂ ਉਹ ਸੋਲਵੈਂਟ ਦੇ ਨਾਲ ਡਿਸੋਸੀਏਟ ਹੋਵੇ ਅਤੇ ਨਾ ਹੀ ਉਹ ਐਸੋਸੀਏਟ ਹੋਵੇ। ਇਹ ਸੀਗਾ ਸਾਡਾ ਹੈਨਰੀ ਲੋ ਵਿਚ ਇਜ਼ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਕਰਨੀ ਹੈ, ਕੁਛ ਇੰਪੋਰਟੈਂਟ ਕੁਐਸਚਨ ਆ ਜਾਂਦੇ ਆ ਕਈ ਵਾਰੀ ਸਾਡੇ ਤੋਂ, ਜਿੱਦਾਂ ਸਿੰਪਲ ਡੈਫੀਨੇਸ਼ਨ ਹੀ ਆ ਜਾਂਦੀ ਹੈ ਵੇਪਰ ਪ੍ਰੈਸ਼ਰ ਦੀ। ਵੇਪਰ ਪ੍ਰੈਸ਼ਰ ਹੁੰਦਾ ਕੀ ਹੈ? ਵੇਪਰ ਪ੍ਰੈਸ਼ਰ ਦਾ ਮਤਲਬ ਕੀ ਹੈ? ਪ੍ਰੈਸ਼ਰ ਐਗਜ਼ਰਟਡ ਬਾਈ ਦਾ ਵੇਪਰਸ ਔਨ ਦੀ ਸਰਫੇਸ ਆਫ ਲਿਕੁਇਡ ਇਜ਼ ਕੋਲਡ ਵੇਪਰ ਪ੍ਰੈਸ਼ਰ। ਫੋਰ ਐਗਜ਼ਾਮਪਲ ਅਗਰ ਆਪਾਂ ਇੱਕ ਬੀਕਰ ਲੈ ਲਿਆ, ਉਹਦੇ ਵਿੱਚ ਪਾਣੀ ਪਾ ਲਿਆ, ਜਦੋਂ ਉਸ ਪਾਣੀ ਨੂੰ ਆਪਾਂ ਜਿੱਦਾਂ ਘਰ ਦੇ ਵਿੱਚ ਪਤੀਲਾ ਰੱਖ ਕੇ ਗੈਸ 'ਤੇ ਪਾਣੀ ਨੂੰ ਗਰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਰੇ ਇੱਥੇ ਇਕੱਠੇ ਹੋ ਜਾਂਦੇ ਛੋਟੇ ਬਬਲਸ, ਫਿਰ ਇੱਥੋਂ ਕੀ ਉਹ ਉੱਪਰ ਉੱਠਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਹੀ ਵੇਪਰ ਪ੍ਰੈਸ਼ਰ ਕਹਿ ਦਿੰਦੇ ਆ। ਦਾ ਪ੍ਰੈਸ਼ਰ ਐਗਜ਼ਰਟਡ ਬਾਈ ਦੀ ਵੇਪਰਸ ਔਨ ਦੀ ਸਰਫੇਸ ਆਫ ਲਿਕੁਇਡ ਦੇ ਸਰਫੇਸ 'ਤੇ ਆ ਕੇ ਹਲਕੇ ਹੋ ਕੇ ਜਦੋਂ ਕਾਈਨੈਟਿਕ ਐਨਰਜੀ ਵੱਧ ਜਾਂਦੀ ਹੈ ਮੋਲੀਕਿਊਲਸ 'ਤੇ ਉਹ ਉੱਡਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਵੇਪਰ ਪ੍ਰੈਸ਼ਰ ਕਹਿ ਦਿੰਦੇ ਆ। ਕਿਹੜੇ ਫੈਕਟਰ ਹੈ ਜਿਹੜੇ ਇਫੈਕਟ ਕਰਦੇ ਆ ਵੇਪਰ ਪ੍ਰੈਸ਼ਰ ਨੂੰ? ਟੈਂਪਰੇਚਰ, ਜਿੰਨਾ ਜ਼ਿਆਦਾ ਟੈਂਪਰੇਚਰ ਦੇਵਾਂਗੇ ਉਨਾ ਜ਼ਿਆਦਾ ਵੇਪਰ ਪ੍ਰੈਸ਼ਰ ਹੋਊਗਾ। ਨੇਚਰ ਆਫ ਦੀ ਲਿਕੁਇਡ, ਜਿੱਦਾਂ ਦਾ ਲਿਕੁਇਡ ਹੋਊਗਾ ਉਹਦੇ ਅਕੋਰਡਿੰਗ ਹੀ ਜਿਹੜਾ ਵੇਪਰ ਪ੍ਰੈਸ਼ਰ ਹੋਊਗਾ। ਫੋਰ ਐਗਜ਼ਾਮਪਲ ਅਗਰ ਜਿਹਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਸਟਰੋਂਗ ਹੈਗੀਆਂ ਤਾਂ ਉਹਨਾਂ ਦਾ ਵੇਪਰ ਪ੍ਰੈਸ਼ਰ ਵੀ ਕੀ ਹੋਊਗਾ? ਘੱਟ ਹੋਊਗਾ। ਜਿੱਦਾਂ ਸੋਲਿਡ ਆ, ਸੋਲਿਡ ਨੂੰ ਅਗਰ ਤੋੜਨਾ ਤਾਂ ਪਹਿਲਾਂ ਦੂਰ ਲਿਜਾਣੇ ਪੈਣਗੇ, ਲਿਕੁਇਡ ਫਾਰਮ 'ਚ ਜਾਊਗਾ, ਫਿਰ ਲਿਕੁਇਡ ਤੋਂ ਗੈਸ ਜਾਊਗਾ, ਉੱਥੇ ਵੇਪਰ ਪ੍ਰੈਸ਼ਰ ਸਾਨੂੰ ਕੀ ਹੈ? ਜ਼ਿਆਦਾ ਚਾਹੀਦਾ। ਇਹਦੇ ਵਿੱਚ ਦੇਖੋ ਕੀ ਕਹਿੰਦੇ, ਇਫ ਇੰਟਰਮੋਲੀਕੂਲਰ ਫੋਰਸਿਸ ਆਰ ਸਟਰੋਂਗ ਲਾਈਕ ਸੋਲਿਡ ਦੈਨ ਵੇਪਰ ਪ੍ਰੈਸ਼ਰ ਇਜ਼ ਕੀ ਹੈ? ਲੈਸ। ਅਗਰ ਲਿਕੁਇਡ ਹੈ ਉਹਦੇ ਵਿੱਚ ਜਗ੍ਹਾ ਹੈਗੀ ਉਹ ਈਜ਼ੀਲੀ ਮੂਵ ਕਰ ਜਾਂਦੇ ਆ, ਅਤੇ ਗੈਸ ਵਾਲੇ ਤਾਂ ਬਿਲਕੁਲ ਇੱਧਰ ਉੱਧਰ ਘੁੰਮਦੇ ਰਹਿੰਦੇ ਆ ਪਾਰਟੀਕਲਸ, ਅਤੇ ਉਹਨਾਂ ਦੇ ਵਿੱਚ ਕੀ ਹੈ? ਵੇਪਰ ਪ੍ਰੈਸ਼ਰ ਅਲੱਗ ਚਲਾ ਜਾਂਦਾ ਹੈ। ਉਸ ਤੋਂ ਬਾਅਦ ਦੇਖੋ ਸਾਡੇ ਕੋਲ ਕੀ ਹੈ, ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਚੀਜ਼ ਹੈਗੀ ਹੈ ਸਾਡੇ ਕੋਲ, ਕੀ ਕਹਿੰਦੇ, ਦਾ ਸੋਲਿਬਿਲਿਟੀ ਆਫ ਮੋਸਟ ਆਫ ਦੀ ਗੈਸਿਸ ਇਨ ਏ ਲਿਕੁਇਡ ਡਿਕਰੀਜ਼ਿਸ with increase in temperature and therefore Henry law constant have smaller value at high temperature। ਹਾਈ ਟੈਂਪਰੇਚਰ 'ਤੇ ਥੋੜ੍ਹੀ ਜਿਹੀ ਵੈਲਿਊ ਹੁੰਦੀ ਕਿਉਂਕਿ ਇਹਨਾਂ ਦਾ ਡਿਕਲਾਈਨ ਹੁੰਦਾ ਆ ਅਪਰਾਈਜ਼ ਦਾ, ਬਿਕੋਜ਼ ਆਫ ਡਿਕਰੀਜ਼ਿਜ਼ ਇਨ ਸੋਲਿਬਿਲਿਟੀ ਆਫ ਗੈਸਿਸ ਵਿਦ ਇੰਕਰੀਜ਼ ਇਨ ਟੈਂਪਰੇਚਰ। ਜਦੋਂ ਟੈਂਪਰੇਚਰ ਇੰਕਰੀਜ਼ ਕਰਦੇ ਹਾਂ ਤਾਂ ਸੋਲਿਬਿਲਿਟੀ ਡਿਕਰੀਜ਼ ਕਰ ਜਾਂਦੀ ਹੈ। ਦਸ ਕੇਸ ਸਮ ਗੈਸਿਸ ਆਰ ਮੋਰ ਸੋਲਿਊਬਲ ਐਟ ਹਾਈ ਟੈਂਪਰੇਚਰ, ਕਿਉਂਕਿ ਕੁਛ ਗੈਸਿਸ ਹੁੰਦੀਆਂ ਉਹ ਹਾਇਰ ਟੈਂਪਰੇਚਰ 'ਤੇ ਜ਼ਿਆਦਾ ਸੋਲਿਊਬਲ ਹੁੰਦੀਆਂ ਇਨ ਕੰਪੈਰੀਜ਼ਨ ਟੂ ਲੋ ਟੈਂਪਰੇਚਰ, ਐਂਡ ਹੈਂਸ ਦੀਜ਼ ਆਰ ਨੋਟ ਰੈਡਲੀ ਰਿਮੂਵਡ ਬਾਏ ਹੀਟਿੰਗ। ਉਹਨੂੰ ਅਸੀਂ ਰਿਮੂਵ ਨਹੀਂ ਕਰ ਸਕਦੇ ਹੀਟਿੰਗ ਦੇ ਥਰੂ। ਓਕੇ, ਇਹ ਸਾਡਾ ਸੀਗਾ ਹੈਨਰੀ ਲਾ, ਵੈਰੀ ਇੰਪੋਰਟੈਂਟ। ਇਸ ਤੋਂ ਬਾਅਦ ਆਪਾਂ ਨੈਕਸਟ ਅੱਗੇ ਕਰਾਂਗੇ ਐਜੀਓਟ੍ਰੋਪਿਕ ਮਿਕਸਚਰਸ। ਓਕੇ, ਥੈਂਕ ਯੂ।